किताब विपरन की रीत तो सच दा मार्ग भाग तीजा। लेखक सरदार गुरबख्श सिंह काला अफगाना। चौथे कांड का 12वां भाग गुरमत सागर समुंदर। 13वां भाग गुर सागर। 14वां भाग शरीर समुंदर। 15वां भाग खारा समुंदर। 16वां भाग गुरमत सरोवर। 17वां भाग गुरु सरोवर। 18वां भाग गुरु संतोखसर ਅਤੇ 19ਵਾਂ ਭਾਗ ਮਨੁੱਖਾ ਦੇਹ ਵੀ ਸੰਤੋਖਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਸਾਗਰ ਸਮੁੰਦਰ। ਤੀਰਥ ਯਾਤਰਾ ਵਾਲੇ ਵਿਪਰੀ ਭਰਮ ਵਿੱਚ ਸਮੁੰਦਰ ਦੇ ਇਸ਼ਨਾਨ ਦੀ ਆਪਣੀ ਅੱਡਰੀ ਮਹਿਮਾ ਹੈ। ਬ੍ਰਾਹਮਣੀ ਕਲਪਨਾ ਦੇ 7 ਸਮੁੰਦਰਾਂ ਦਾ ਨਾਮ ਪਿੱਛੇ ਆ ਚੁੱਕਾ ਹੈ। ਪਿੰਡੇ ਦੇ ਇਸ਼ਨਾਨ ਨੂੰ ਧਰਮ ਦਾ ਹਿੱਸਾ ਬ੍ਰਾਹਮਣ ਨੇ ਬਣਾਇਆ ਸੀ। ਸਮੁੰਦਰਾਂ ਨੂੰ ਦੇਵਤਾ ਸਿੱਧ ਕਰਕੇ ਬੇਅੰਤ ਭੁਲੇਖੇ ਪਾ ਕੇ ਲੋਕਾਂ ਨੂੰ ਕੁਰਾਹੇ ਪਾਇਆ। ਗੁਰਮਤਿ ਸਿਧਾਂਤ ਦੇ ਹਰ ਪੱਖ ਤੋਂ ਪੂਰੀ ਅਤੇ ਉਕਾਈ ਰਹਿਤ ਜਾਣਕਾਰੀ ਹੀ ਬ੍ਰਾਹਮਣ ਦੇ ਮਾਇਆ ਜਾਲ ਵਿੱਚੋਂ ਮੁਕਤੀ ਪਾਉਣ ਦਾ ਕੇਵਲ ਮਾਤਰ ਸਾਧਨ ਹੈ। ਆਓ ਗੁਰੂ ਬਾਣੀ ਦੇ ਸਮੁੰਦਰ ਦੇ ਦਰਸ਼ਨ ਕਰਕੇ ਜੀਵਨ ਜੋਗਤ ਸਵਾਰ ਸਕਣ ਜੋਗੇ ਬਣੀਏ। ਤੂੰ ਠਾਕੁਰੋ ਬੈਰਾਗਰੋ ਮੈਂ ਜਿਹੀ ਘਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ। ਸਾਰ ਨਾ ਜਾਣਾ ਤੂੰ ਵੱਢ ਦਾਣਾ ਕਰ ਮਿਹਰਮਤ ਸਾਈਂ। ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ। ਗਰਭ ਨਾ ਕੀਜੇ ਰਿਆਣ ਹੋਵੀਜੈ ਤਾਂ ਗਤ ਜੀਅਰੈ ਤੇਰੀ। ਸਭ ਉਪਰ ਨਾਨਕ ਕਾ ਠਾਕੁਰ ਮੈਂ ਜਿਹੀ ਘਣ ਚੇਰੀ ਰਾਮ। ਪੰਨਾ 779। ਅਰਥ, ਹੇ ਮੇਰੇ ਰਾਮ, ਤੂੰ ਸਭ ਜੀਵਾਂ ਦਾ ਮਾਲਕ ਹੈ। ਤੇਰੇ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਮੇਰੇ ਵਰਗੀਆਂ ਤੇਰੇ ਦਰ 'ਤੇ ਅਨੇਕਾਂ ਦਾਸੀਆਂ ਹਨ। ਹੇ ਰਾਮ, ਤੂੰ ਸਮੁੰਦਰ ਹੈ, ਤੂੰ ਰਤਨਾਂ ਦੀ ਖਾਣ ਹੈ। ਮੇਰੇ ਪ੍ਰਭੂ, ਮੈਂ ਤੇਰੀ ਕਦਰ ਨਹੀਂ ਕਰ ਸਕੀ। ਮੇਰੇ ਮਾਲਕ, ਮੈਂ ਤੇਰੇ ਗੁਣਾਂ ਦੀ ਕਦਰ ਨਹੀਂ ਜਾਣਦੀ। ਤੂੰ ਵੱਡਾ ਸਿਆਣਾ ਹੈ, ਸਭ ਕੁਝ ਜਾਣਨ ਵਾਲਾ ਹੈ। ਮੇਰੇ ਉੱਤੇ ਮਿਹਰ ਕਰ, ਕਿਰਪਾ ਕਰਕੇ ਮੈਨੂੰ ਆਪਣੀ ਸਮਝ ਬਖਸ਼ ਕਿ 8 ਪਹਿਰ ਮੈਂ ਤੇਰਾ ਸਿਮਰਨ ਕਰਦੀ ਰਹਾਂ। ਹੇ ਜਿੰਦੇ, ਹੰਕਾਰ ਨਹੀਂ ਕਰਨਾ ਚਾਹੀਦਾ। ਸਭ ਦੇ ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ, ਤਾਂ ਹੀ ਤੇਰੀ ਉੱਚੀ ਆਤਮਿਕ ਅਵਸਥਾ ਬਣ ਸਕੇਗੀ। ਗੁਰਦੇਵ ਜੀ ਦਾ ਫਰਮਾਨ ਹੈ ਕਿ ਮੇਰਾ ਮਾਲਕ ਪ੍ਰਭੂ ਸਾਰਿਆਂ ਦੇ ਸਿਰ ਉੱਤੇ ਹੈ। ਮੇਰੇ ਜਿਹੀਆਂ ਉਸ ਦੇ ਦਰ 'ਤੇ ਅਨੇਕਾਂ ਦਾਸੀਆਂ ਹਨ। ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ। ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ। ਪੰਨਾ 781। ਅਰਥ, ਹੇ ਮੇਰੇ ਪ੍ਰੀਤਮ, ਹੇ ਸੁੱਖਾਂ ਦੇ ਸਮੁੰਦਰ, ਤੇਰੀ ਹੀ ਮਿਹਰ ਨਾਲ ਮੈਂ ਗੁਣਹੀਣ ਦਾ ਮਨ ਸੰਤ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਰਹਿ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਪਿਆ ਹੈ। ਗੁਰੂ ਨਾਨਕ ਜੀ ਦਾ ਫਰਮਾਨ ਹੈ ਕਿ ਹੇ ਪ੍ਰਭੂ, ਜਦੋਂ ਤੂੰ ਮਿਹਰ ਕੀਤੀ ਤਾਂ ਮੇਰਾ ਮਨ ਤੇਰੇ ਸੋਹਣੇ ਚਰਨਾਂ ਵਿੱਚ ਲੀਨ ਹੋ ਗਿਆ। ਤੁਮ ਹਰ ਸਰਵਰ ਅਤ ਅਗਾ ਹਮ ਲਹਿ ਨਾ ਸਕੇ ਅੰਤ ਮਾਤੀ। ਤੂੰ ਪਰੈ ਪਰੇ ਅਪਰੰਪਰ ਸੁਆਮੀ ਮਤ ਜਾਨੋ ਆਪਣ ਗਾਤੀ। ਪੰਨਾ 668। ਅਰਥ, ਹੇ ਪ੍ਰਭੂ, ਤੂੰ ਅਨਮੋਲ ਗੁਣਾਂ ਦਾ ਬੜਾ ਹੀ ਡੂੰਘਾ ਸਮੁੰਦਰ ਹੈ। ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਵੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈ, ਤੂੰ ਬੇਅੰਤ ਹੈ। ਹੇ ਸੁਆਮੀ, ਤੂੰ ਕਿਹੋ ਜਿਹਾ ਹੈ ਤੇ ਕਿਤਨਾ ਵੱਡਾ ਹੈ, ਇਹ ਭੇਤ ਤੂੰ ਆਪ ਹੀ ਜਾਣਦਾ ਹੈ। ਭਾਗ 13ਵਾਂ ਗੁਰ ਸਾਗਰ। ਗੁਰ ਸਾਇਰ ਸਤਿਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ। ਸੋ ਬੁਝੈ ਜਿਸ ਆਪ ਬੁਝਾਏ ਗੁਰ ਪ੍ਰਸਾਦੀ ਸੇਵ ਕਰਾਏ। ਪੰਨਾ 363। ਅਰਥ, ਗੁਰੂ ਗੁਣਾਂ ਦਾ ਸਮੁੰਦਰ ਹੈ। ਗੁਰੂ ਉਸ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦਾ ਰੂਪ ਹੈ। ਵੱਡੀ ਕਿਸਮਤ ਨਾਲ ਹੀ ਗੁਰੂ ਦੀ ਦਸੀ ਸੇਵਾ ਹੋ ਸਕਦੀ ਹੈ। ਇਸ ਭੇਦ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਵੇ ਤੇ ਉਸ ਪਾਸੋਂ ਗੁਰੂ ਦੀ ਕਿਰਪਾ ਨਾਲ ਆਪਣੀ ਸੇਵਾ ਕਰਾਉਂਦਾ ਹੈ। ਗੁਰ ਸਾਗਰੋ ਰਤਨਾਗਰ ਤਿਤ ਰਤਨ ਕਣੇਰੇ ਰਾਮ। ਕਰ ਮਜਨੋ ਸਬਤ ਸਰੇ
ਮਨ ਨਿਰਮਲ ਮੇਰੇ ਰਾਮ। ਪੰਨਾ 436। ਅਰਥ, ਗੁਰੂ ਇੱਕ ਸਮੁੰਦਰ ਹੈ। ਗੁਰੂ ਰਤਨਾਂ ਦੀ ਖਾਣ ਹੈ। ਉਸ ਵਿੱਚ ਸੁਚੱਜੀ ਜੀਵਨ ਸਿੱਖਿਆ ਦੇ ਅਨੇਕ ਰਤਨ ਹਨ। ਉਸ ਵਿੱਚ ਪੰਜੇ ਗਿਆਨ ਇੰਦਰੇ ਮਨ ਤੇ ਬੁੱਧੀ ਸਮੇਤ ਇਸ਼ਨਾਨ ਕਰੇ ਤਾਂ ਮੇਰਾ ਮਨ ਪਵਿੱਤਰ ਹੋ ਜਾਵੇਗਾ। ਸਤਿਗੁਰ ਸੁਖ ਸਾਗਰ ਜਗ ਅੰਤਰ ਹੋਰ ਤੈ ਸੁਖ ਨਾਹੀ। ਹਉਮੈ ਜਗਤ ਦੁਖ ਰੋਗ ਵਿਆਪਿਆ ਮਰ ਜਨਮੈ ਰੋਵੈ ਤਾਹੀ। ਪੰਨਾ 603। ਅਰਥ, ਜਗਤ ਵਿੱਚ ਗੁਰੂ ਹੀ ਸੁੱਖ ਦਾ ਸਮੁੰਦਰ ਹੈ। ਗੁਰੂ ਤੋਂ ਬਿਨਾਂ ਕਿਸੇ ਹੋਰ ਥਾਂ ਸੁੱਖ ਨਹੀਂ ਮਿਲਦਾ। ਜਗਤ ਆਪਣੀ ਹਉਮੈ ਦੇ ਕਾਰਨ ਗੁਰੂ ਤੋਂ ਖੁੰਝ ਕੇ ਦੁੱਖ ਵਿੱਚ, ਰੋਗ ਵਿੱਚ ਗਰਸਿਆ ਰਹਿੰਦਾ ਹੈ। ਮੁੜ ਮੁੜ ਜੰਮਦਾ ਮਰਦਾ ਹੈ। ਧਾਹਾਂ ਮਾਰ ਮਾਰ ਕੇ ਰੋਂਦਾ ਹੈ, ਦੁਖੀ ਹੁੰਦਾ ਹੈ। ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਪੰਨਾ 685। ਅਰਥ, ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿਫਤ ਸਲਾਹ ਦੇ ਰਤਨਾਂ ਨਾਲ ਨੱਕਾ ਨੱਕ ਭਰਿਆ ਹੋਇਆ। ਗੁਰਮੁਖ ਸਿੱਖ ਉਸ ਸਾਗਰ ਵਿੱਚੋਂ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ। ਜਿਵੇਂ ਹੰਸ ਮੋਤੀ ਚੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮਿਹਰ ਅਨੁਸਾਰ ਸੰਤ ਹੰਸ ਹਰ ਨਾਮ ਰਸ ਦੀ ਚੋਗ ਚੁਗਦੇ ਹਨ। ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਹੈ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ। ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਓ। ਹਉ ਤਿਸ ਬਿਨ ਘੜੀ ਨਾ ਜੀਵੋ ਬਿਨ ਦੇਖੈ ਮਰ ਜਾਉ। ਪੰਨਾ 759। ਅਰਥ, ਗੁਰੂ ਗੁਣਾਂ ਦਾ ਸਮੁੰਦਰ ਹੈ। ਗੁਰੂ ਪਰਮਾਤਮਾ ਦੇ ਨਾਮ ਦਾ ਸਮੁੰਦਰ ਹੈ। ਉਸ ਗੁਰੂ ਦਾ ਦਰਸ਼ਨ ਕਰਨ ਦੀ ਮੈਨੂੰ ਤਾਂਘ ਲੱਗੀ ਹੋਈ ਹੈ। ਮੈਂ ਉਸ ਗੁਰੂ ਤੋਂ ਬਿਨਾਂ ਇੱਕ ਘੜੀ ਵੀ ਆਤਮਿਕ ਜੀਵਨ ਕਾਇਮ ਨਹੀਂ ਰੱਖ ਸਕਦਾ। ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਭਾਗ 14ਵਾਂ। ਸਰੀਰ ਸਮੁੰਦਰ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਈ। ਪੰਨਾ 442। ਅਰਥ, ਇਹ ਮਨੁੱਖਾ ਸਰੀਰ ਮਾਨੋ ਇੱਕ ਸਮੁੰਦਰ ਹੈ ਜੋ ਆਤਮਿਕ ਜੀਵਨ ਦੇ ਸ੍ਰੇਸ਼ਟ ਗੁਣਾ ਰੂਪ ਅਨੇਕਾਂ ਰਤਨਾਂ ਨਾਲ ਨੱਕਾ ਨੱਕ ਭਰਿਆ ਪਿਆ ਹੈ। ਜਿਹੜੇ ਮਨੁੱਖ ਹਰ ਵੇਲੇ ਸਤਿਗੁਰ ਦੀ ਬਾਣੀ ਵਿੱਚ ਆਪਣਾ ਮਨ ਜੋੜੀ ਰੱਖਦੇ ਹਨ, ਉਹਨਾਂ ਨੂੰ ਇਹ ਰਤਨ ਮਿਲ ਜਾਂਦੇ ਹਨ। ਜਿਹੜੇ ਮਨੁੱਖ ਹਰ ਵੇਲੇ ਸਤਿਗੁਰ ਦੀ ਬਾਣੀ ਵਿੱਚ ਜੁੜੇ ਰਹਿੰਦੇ ਹਨ, ਉਹਨਾਂ ਨੂੰ ਬੇਅੰਤ ਪਰਮਾਤਮਾ ਦਾ ਉਹ ਨਾਮ ਰਤਨ ਮਿਲ ਜਾਂਦਾ ਹੈ ਜਿਸ ਦੇ ਬਰਾਬਰ ਦੀ ਕੀਮਤ ਦਾ ਹੋਰ ਕੋਈ ਪਦਾਰਥ ਨਹੀਂ ਹੈ। ਹੇ ਪ੍ਰਭੂ, ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਤੇਰੀ ਭਗਤੀ ਦੇ ਖਜ਼ਾਨੇ ਭਰ ਜਾਂਦੇ ਹਨ ਤੇ ਅਜਿਹੇ ਮਨੁੱਖ ਤੇਰਾ ਨਾਮ ਰਤਨ ਪ੍ਰਾਪਤ ਕਰ ਲੈਂਦੇ ਹਨ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਹੈ। ਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਸਰੀਰ ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰ ਸਰੀਰ ਦੇ ਅੰਦਰ ਹੀ ਪਰਮਾਤਮਾ ਦਾ ਨਾਮ ਰੂਪ ਸੋਹਣਾ ਕੀਮਤੀ ਪਦਾਰਥ ਵਿਖਾ ਦਿੱਤਾ। ਸਤਿਗੁਰੂ ਨਾਨਕ ਜੀ ਫਰਮਾਉਂਦੇ ਹਨ ਕਿ ਗੁਰੂ ਪਰਮਾਤਮਾ ਹੈ, ਪਰਮਾਤਮਾ ਗੁਰੂ ਹੈ, ਦੋਹਾਂ ਵਿੱਚ ਕੋਈ ਫਰਕ ਨਹੀਂ ਹੈ। ਖਾਰਾ ਸਮੁੰਦਰ। ਖਾਰ ਸਮੁੰਦਰ ਢੰਡੋਲੀਐ ਇੱਕ ਮਣੀਆਂ ਪਾਵੈ। ਦੋਏ ਦਿਨ ਚਾਰ ਸੁਹਾਵਣਾ ਮਾਟੀ ਤਿਸ ਖਾਵੈ। ਗੁਰ ਸਾਗਰ ਸਤ ਸੇਵੀਐ ਦੇ ਤੋਟ ਨ ਆਵੈ। ਪੰਨਾ 1012। ਭਾਗ 16ਵਾਂ। ਗੁਰਮਤਿ ਸਰੋਵਰ। ਸਰੋਵਰ ਦੇ ਇਸ਼ਨਾਨ ਦੇ ਬਾਰੇ ਖੁੱਲ੍ਹੀ ਵਿਚਾਰ ਪਹਿਲਾਂ ਹੋ ਚੁੱਕੀ ਹੈ। ਆਓ ਹੁਣ ਗੁਰਮਤਿ ਦੇ ਉਹਨਾਂ ਸਰੋਵਰਾਂ ਦੇ ਹੋਰ ਖੁੱਲ੍ਹੇ ਦਰਸ਼ਨ ਦਿਦਾਰੇ ਕਰਕੇ ਗੁਰਮਤਿ ਸਿਧਾਂਤ ਦੇ ਇਸ ਪੱਖ ਨੂੰ ਚੰਗੀ ਤਰ੍ਹਾਂ ਸਮਝੀਏ ਅਤੇ ਆਪਣੀ ਜੀਵਨ ਜੁਗਤ ਸਵਾਰਨ ਜੋਗੇ ਬਣੀਏ। ਪ੍ਰਭੂ ਸਰੋਵਰ। ਹਰ ਚਰਨ ਸਰੋਵਰ ਤਹ ਕਰੋ ਨਿਵਾਸ ਮਨਾ। ਕਰ ਮਜਨ ਹਰ ਸਰੇ ਸਭ ਕਿਲਵਿਖ ਨਾਸ ਮਨਾ। ਪੰਨਾ 544। ਅਰਥ, हे ਮੇਰੇ ਮਨ, ਪਰਮਾਤਮਾ ਦੇ ਚਰਨ ਹੀ ਸੁੰਦਰ ਸਰੋਵਰ ਹਨ।
ਤੂੰ ਉਸ ਵਿੱਚ ਟਿਕਿਆ ਰਹੋ। ਹੇ ਮਨ, ਪਰਮਾਤਮਾ ਦੀ ਸਿਫਤ ਸਲਾਹ ਦੇ ਤਲਾਬ ਵਿੱਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ਼ ਹੋ ਜਾਵੇਗਾ। ਪਰਣਵੇਂ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ, ਆਪੇ ਵੇਖ ਵਿਗਸ। ਪੰਨਾ 23। ਅਰਥ, ਹੇ ਪ੍ਰਭੂ, ਨਾਨਕ ਤੇਰੇ ਦਰ 'ਤੇ ਅਰਦਾਸ ਕਰਦਾ ਹੈ, ਤੂੰ ਹਰ ਥਾਂ ਵਿਆਪਕ ਹੈ, ਮੈਨੂੰ ਵੀ ਦੀਦਾਰ ਦੇ। ਤੂੰ ਹੀ ਸਰੋਵਰ ਹੈ, ਤੂੰ ਹੀ ਸਰੋਵਰ 'ਤੇ ਰਹਿਣ ਵਾਲਾ ਹੰਸ ਹੈ। ਸੂਰਜ ਦੀ ਰੌਸ਼ਨੀ ਵਿੱਚ ਖਿੜਨ ਵਾਲਾ ਕੌਲ ਫੁੱਲ ਵੀ ਤੂੰ ਹੀ ਹੈ, ਅਤੇ ਤੇਰੇ ਚੰਦ ਦੇ ਚਾਨਣ ਵਿੱਚ ਖਿੜਨ ਵਾਲੀ ਕਮੀ ਵੀ ਤੂੰ ਹੀ ਹੈ। ਆਪਣੀ ਰਚਨਾ ਨੂੰ ਵੇਖ ਵੇਖ ਕੇ ਖੁਸ਼ ਹੋਣ ਵਾਲਾ ਵੀ ਤੂੰ ਹੀ ਹੈ। ਪ੍ਰਭੂ ਨੂੰ ਸਰਬ ਵਿਆਪੀ ਜਾਣ ਕੇ ਸਦਾ ਉਸ ਨੂੰ ਆਪਣੇ ਅੰਗ ਸੰਗ ਸਮਝਣਾ ਅਤੇ ਹਿਰਦਾ ਉਸ ਦੀ ਯਾਦ ਵਿੱਚ ਭਿੱਜਾ ਰਹਿਣਾ ਹੀ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਸੱਚਾ ਇਸ਼ਨਾਨ ਹੈ। ਭਾਗ 17ਵਾਂ। ਗੁਰੂ ਸਰੋਵਰ। ਮਨ ਰੇ ਹਉਮੈ ਛੋੜ ਗੁਮਾਨ, ਹਰ ਗੁਰ ਸਰਵਰ ਸੇਵ ਤੂੰ, ਪਾਵੇਂ ਦਰਗਾ ਮਾਨ ਰਹਾਓ। ਪੰਨਾ 21। ਅਰਥ, ਹੇ ਮੇਰੇ ਮਨ, ਆਪਣੀ ਸਿਆਣਪ ਦਾ ਹੰਕਾਰ ਛੱਡ ਤੇ ਪਰਮਾਤਮਾ ਦੇ ਰੂਪ ਗੁਰੂ ਦੀ ਸ਼ਰਨ ਪਾਓ, ਜੋ ਆਤਮਾ ਨੂੰ ਪਵਿੱਤਰ ਕਰਨ ਵਾਲਾ ਸਰੋਵਰ ਹੈ। ਇਸ ਤਰ੍ਹਾਂ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਹਾਸਲ ਕਰੇਗਾ। ਰਹਾਓ। ਗੁਰ ਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ, ਸੇ ਹੰਸੁਲੇ ਨਾਮ ਲਹਨ। ਪੰਨਾ 757। ਅਰਥ, ਗੁਰੂ ਇੱਕ ਸੋਹਣਾ ਸਰ ਹੈ, ਮਾਨ ਸਰੋਵਰ ਹੈ, ਵੱਡੇ ਭਾਗਾਂ ਵਾਲੇ ਮਨੁੱਖ ਉਸ ਨੂੰ ਲੱਭ ਲੈਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਸੇਵਕਾਂ ਨੇ ਭਾਲ ਕੀਤੀ, ਉਹ ਸੋਹਣੇ ਹੰਸ ਗੁਰਸਿੱਖ ਉਸ ਗੁਰੂ ਮਾਨ ਸਰੋਵਰ ਵਿੱਚੋਂ ਨਾਮ ਮੋਤੀ ਲੱਭ ਲੈਂਦੇ ਹਨ। ਸਤਿਗੁਰ ਸਰਵਰ ਰਤਨੀ ਭਰਪੂਰੇ, ਜਿਸ ਪ੍ਰਾਪਤ ਸੋ ਪਾਵੈ, ਸੇਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕੈ ਹੁਕਮ ਆਵੈ। ਰਤਨ ਪਦਾਰਥ ਮਾਣਕ ਸਰਵਰ ਭਰਪੂਰੇ, ਖਾਏ ਖਰਚ ਰਹੇ ਤੋਟ ਨ ਆਵੈ, ਸਰਵਰ ਹੰਸ ਦੂਰ ਨ ਹੋਈ, ਕਰਤੇ ਏਵੈ ਭਾਵੈ। ਜਾਂ ਨਾਨਕ ਜਿਸ ਦੇ ਮਸਤਕ ਭਾਗ ਤੁਰ ਲਿਖਿਆ, ਸੋ ਸਿੱਖ ਗੁਰੂ ਪੈ ਆਵੈ। ਆਪ ਤਰਿਆ ਕੋਟੰਬ ਸਭ ਤਾਰੇ, ਸਭਾ ਸ੍ਰਿਸ਼ਟ ਛਡਾਵੈ। ਪੰਨਾ 960। ਅਰਥ, ਸਤਿਗੁਰੂ ਮਾਨੋ ਇੱਕ ਸਰੋਵਰ ਹੈ ਜੋ ਰਤਨਾਂ ਨਾਲ ਨੱਕਾ ਨੱਕ ਭਰਿਆ ਹੋਇਆ ਹੈ। ਜਿਸ ਦੇ ਭਾਗ ਹੋਣ ਉਸੇ ਨੂੰ ਹੀ ਮਿਲਦਾ ਹੈ। ਸਤਿਗੁਰਾਂ ਦੇ ਹੁਕਮ ਅਨੁਸਾਰ ਹੀ ਸਿੱਖ ਹੰਸ ਗੁਰੂ ਦੀ ਸ਼ਰਨ ਰੂਪ ਸਰੋਵਰ ਵਿੱਚ ਆ ਇਕੱਠੇ ਹੁੰਦੇ ਹਨ। ਉਸ ਸਰੋਵਰ ਵਿੱਚ ਪ੍ਰਭੂ ਦੇ ਗੁਣ ਰੂਪ ਹੀਰੇ ਮੋਤੀ ਨੱਕਾ ਨੱਕ ਭਰੇ ਹੋਏ ਹਨ। ਸਿੱਖ ਇਹਨਾਂ ਨੂੰ ਆਪ ਵਰਤੇ ਤੇ ਹੋਰਨਾਂ ਨੂੰ ਵੰਡਦੇ ਹਨ। ਇਹ ਹੀਰੇ ਮੋਤੀ ਮੁੱਕਦੇ ਨਹੀਂ, ਕਰਤਾਰ ਨੂੰ ਇਉਂ ਹੀ ਪਾਉਂਦਾ ਹੈ ਕਿ ਸਿੱਖ ਹੰਸ ਗੁਰੂ ਸਰੋਵਰ ਤੋਂ ਦੂਰ ਨਹੀਂ ਜਾਂਦਾ। ਗੁਰੂ ਨਾਨਕ ਜੀ ਫਰਮਾਨ ਕਰਦੇ ਹਨ ਕਿ ਧੁਰੋਂ ਜਿਸ ਦੇ ਮੱਥੇ ਉੱਤੇ ਲਿਖਿਆ ਲੇਖ ਹੋਵੇ, ਉਹ ਸਿੱਖ ਸਤਿਗੁਰ ਦੀ ਸ਼ਰਣੀ ਆਉਂਦਾ ਹੈ। ਗੁਰੂ ਦੀ ਸ਼ਰਨ ਆ ਕੇ ਉਹ ਆਪ ਤਰ ਜਾਂਦਾ ਹੈ ਤੇ ਸਾਰੇ ਸੰਬੰਧੀਆਂ ਨੂੰ ਤਾਰ ਲੈਂਦਾ ਹੈ ਤੇ ਸਾਰੇ ਜਗਤ ਨੂੰ ਬਚਾ ਲੈਂਦਾ ਹੈ। ਗੁਰ ਸਰਵਰ ਹਮ ਹੰਸ ਪਿਆਰੇ, ਸਾਗਰ ਮੈਂ ਰਤਨ ਲਾਲ ਬਹੁ ਸਾਰੇ, ਮੋਤੀ ਮਾਣਕ ਹੀਰਾ ਹਰ ਰਸ, ਜਸ ਗਾਵਤ ਮਨ ਤਨ ਪੀਨਾ ਹੈ। ਪੰਨਾ 1027। ਬਾਗ ਮਰੇ ਮਨ ਮਾਰੀਐ, ਜਿਸ ਸਤਿਗੁਰ ਦੀਖਿਆ ਹੋਏ, ਆਪ ਪਛਾਣੇ ਹਰ ਮਿਲੇ, ਬਹੁੜ ਨ ਮਰਣਾ ਹੋਏ, ਕੀਚੜ ਹਾਥ ਨ ਬੁੱਢਈ, ਏਕਾ ਨਦਰ ਨਿਹਾਲ, ਨਾਨਕ ਗੁਰਮੁਖ ਉਭਰੇ, ਗੁਰ ਸਰਵਰ ਸੱਚੀ ਪਾਲ। ਪੰਨਾ 1410। ਅਰਥ, ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ, ਉਸ ਦਾ ਮਨ ਵਸ ਵਿੱਚ ਆ ਜਾਂਦਾ ਹੈ। ਉਸ ਦੇ ਅੰਦਰੋਂ ਆਤਮਿਕ ਜੀਵਨ ਨੂੰ ਖਾ ਜਾਣ ਵਾਲਾ ਬਘਿਆੜ ਮਰ ਜਾਂਦਾ ਹੈ। ਉਹ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਤੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਹੁੰਦਾ। ਪਰਮਾਤਮਾ ਉਸ ਮਨੁੱਖ ਨੂੰ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਇਸ ਵਾਸਤੇ ਉਸ ਦਾ ਹੱਥ ਚਿੱਕੜ ਵਿੱਚ ਨਹੀਂ ਡੁੱਬਦਾ, ਉਸ ਦਾ ਮਨ ਵਿਕਾਰਾਂ ਵਿੱਚ ਨਹੀਂ ਫਸਦਾ। ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ ਕਿ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਹੀ ਵਿਕਾਰਾਂ ਦੇ ਚਿੱਕੜ ਵਿੱਚ ਡੁੱਬਣੋਂ ਬਚ ਨਿਕਲਦੇ ਹਨ। ਗੁਰੂ ਹੀ ਨਾਮ ਦਾ ਸਰੋਵਰ ਹੈ।
ਗੁਰੂ ਹੀ ਸਦਾ ਥਿਰ ਰਹਿਣ ਵਾਲੀ ਕੰਧ ਹੈ, ਜੋ ਵਿਕਾਰਾਂ ਦੇ ਚਿੱਕੜ ਵਿੱਚ ਲਿਬੜਨ ਤੋਂ ਬਚਾ ਲੈਂਦੀ ਹੈ। ਭਾਗ 18ਵਾਂ। ਗੁਰੂ ਸੰਤੋਖ ਸਰ। ਜਿਸ ਸੰਤੋਖ ਸਰ ਵਿੱਚ ਇਸ਼ਨਾਨ ਕਰਨ ਨਾਲ ਅਨੇਕ ਫਲ ਮਿਲਦੇ ਹਨ, ਉਹ ਸਰੋਵਰ ਕਿਸੇ ਦ੍ਰਿਸ਼ਟਮਾਨ ਪਾਣੀ ਨਾਲ ਭਰਿਆ ਹੋਇਆ ਨਹੀਂ ਹੈ। ਉਸ ਸੰਤੋਖ ਸਰ ਦੀ ਸੋਝੀ ਪ੍ਰਭੂ ਦੀ ਮਿਹਰ ਨਾਲ ਆਉਂਦੀ ਹੈ। ਪ੍ਰਭੂ ਦੀ ਮਿਹਰ ਦਾ ਪਾਤਰ ਉਹੀ ਬਣਦਾ ਹੈ ਜਿਹੜਾ ਪੂਰਨ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਆਓ ਆਪਣੇ ਸਮਰੱਥ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਸ ਸੰਤੋਖ ਸਰ ਦਾ ਪਤਾ ਪੁੱਛੀਏ ਅਤੇ ਉਸ ਵਿੱਚ ਸਦਾ ਇਸ਼ਨਾਨ ਕਰਦੇ ਰਹਿਣ ਦਾ ਸੁਭਾਅ ਬਣਾ ਲੈਣ ਲਈ ਆਪਣੇ ਮਨ ਦੀ ਘਾਟ ਕੜੀਏ। ਜਿਨ ਕੋ ਤੁਮ ਹਰ ਮੇਲੋ ਸੁਆਮੀ, ਤੇ ਨਹਾਏ ਸੰਤੋਖ ਗੁਰ ਸਰਾ। ਦੁਰਮਤ ਮੈਲ ਗਈ ਹਰ ਭੇਜਿਆ, ਜਾਂ ਨਾਨਕ ਪਾਰ ਪਰਾ। ਪੰਨਾ 799। ਅਰਥ, ਇਹ ਮਾਲਕ ਪ੍ਰਭੂ, ਜਿਨ੍ਹਾਂ ਮਨੁੱਖਾਂ ਨੂੰ ਤੂੰ ਆਪਣੇ ਚਰਨਾਂ ਵਿੱਚ ਜੋੜਨਾ ਚਾਹੁੰਦਾ ਹੈ, ਉਹ ਸੰਤੋਖ ਦੇ ਸਰੋਵਰ ਗੁਰੂ ਵਿੱਚ ਇਸ਼ਨਾਨ ਕਰਦੇ ਹਨ। ਉਹ ਗੁਰੂ ਵਿੱਚ ਲੀਨ ਹੋ ਕੇ ਆਪਣਾ ਜੀਵਨ ਪਵਿੱਤਰ ਬਣਾ ਲੈਂਦੇ ਹਨ। ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਜਿਹੜੇ ਮਨੁੱਖ ਪਰਮਾਤਮਾ ਦਾ ਭਜਨ ਕਰਦੇ ਹਨ, ਉਹਨਾਂ ਦੇ ਅੰਦਰੋਂ ਖੋਟੀ ਮੱਤ ਦੀ ਮੈਲ ਦੂਰ ਹੋ ਜਾਂਦੀ ਹੈ। ਉਹ ਵਿਕਾਰਾਂ ਦੀਆਂ ਲਹਿਰਾਂ ਤੋਂ ਪਾਰ ਲੰਘ ਜਾਂਦੇ ਹਨ। ਜਿਨ ਕੋ ਲਿਖਤ ਲਿਖੇ ਧੁਰ ਮਸਤਕ, ਤੇ ਗੁਰ ਸੰਤੋਖ ਸਰ ਨਾਤੇ। ਦੁਰਮਤ ਮੈਲ ਗਈ ਸਭ ਤਿਨ ਕੀ, ਜੋ ਰਾਮ ਨਾਮ ਰੰਗ ਰਾਤੇ। ਪੰਨਾ 169। ਅਰਥ, ਜਿਨ੍ਹਾਂ ਮਨੁੱਖਾਂ ਦੇ ਮੱਥੇ 'ਤੇ ਧੁਰ ਦਰਗਾਹੋਂ ਭਗਤੀ ਦਾ ਲੇਖ ਲਿਖਿਆ ਜਾਂਦਾ ਹੈ, ਉਹ ਮਨੁੱਖ ਗੁਰੂ ਰੂਪ ਸੰਤੋਖ ਸਰ ਵਿੱਚ ਇਸ਼ਨਾਨ ਕਰਦੇ ਹਨ। ਭਾਵ ਉਹ ਮਨੁੱਖ ਗੁਰੂ ਵਿੱਚ ਆਪਣਾ ਆਪ ਲੀਨ ਕਰ ਦਿੰਦੇ ਹਨ ਅਤੇ ਉਹ ਸੰਤੋਖ ਵਾਲਾ ਜੀਵਨ ਜਿਉਂਦੇ ਹਨ। ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਹਨ, ਉਹਨਾਂ ਦੀ ਭੈੜੀ ਮੱਤ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ। ਭਾਗ 19ਵਾਂ। ਮਨੁੱਖਾ ਦੇ ਵੀ ਸੰਤੋਖ ਸਰ। ਮਨੁੱਖਾ ਸਰੀਰ ਨੂੰ ਅੰਮ੍ਰਿਤ ਸਰੋਵਰ ਵੀ ਕਿਹਾ ਹੈ। ਜਿਸ ਕਰਮਾਂ ਵਾਲੇ ਨੇ ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਢਾਲ ਕੇ ਆਪਣੇ ਅੰਦਰੋਂ ਗੁਰੂ ਦੀ ਪਾਲ ਡੇਗ ਲਈ ਅਤੇ ਜਿਸ ਸਰੀਰ ਹਿਰਦੇ ਵਿੱਚ ਪ੍ਰਭੂ ਦੇ ਨਿਵਾਸ ਦਾ ਪ੍ਰਗਟ ਝਲਕਾਰਾ ਹਰ ਵੇਲੇ ਵੱਜ ਰਿਹਾ ਹੈ, ਉਹ ਮਨੁੱਖਾਂ ਦੇ ਸੰਤੋਖ ਦਾ ਸਾਗਰ ਕਿਵੇਂ ਨਾ ਹੋਵੇ। ਇਹੋ ਕਾਰਨ ਹੈ ਕਿ ਸਤਿਗੁਰਾਂ ਨੇ ਉਸ ਮਨੁੱਖਾ ਸਰੀਰ ਨੂੰ 7 ਸੰਤੋਖ ਨਾਲ ਭਰੇ ਸਮੁੰਦਰਾਂ ਵਾਲਾ ਵੀ ਫਰਮਾਨ ਕੀਤਾ ਹੈ। ਪਰ ਕੀ ਸਾਰੇ ਮਨੁੱਖਾਂ ਦਾ ਸਰੀਰ ਸੰਤੋਖ ਦਾ ਸਾਗਰ ਹੈ? ਆਓ ਸਤਿਗੁਰਾਂ ਦੀ ਮੱਤ ਲਈਏ। ਸਪਤਮੀ 7 ਸੰਤੋਖ ਸਰੀਰ, 7 ਸਮੁੰਦ ਭਰੇ ਨਿਰਮਲ ਨੀਰ। ਮਜਨ ਸੀਲ ਸਚ ਹਿਰਦੇ ਵਿਚਾਰ, ਗੁਰ ਕੇ ਸ਼ਬਦ ਪਾਵੇ ਸਭ ਪਾਰ। ਮਨ ਸਾਚਾ ਮੁਖ ਸਾਚੋ ਪਾਏ, ਸੱਚ ਨਿਸ਼ਾਨੈ ਠਾਕ ਨਾ ਪਾਏ। ਪੰਨਾ 839। ਇਸ ਪਾਵਨ ਗੁਰੂ ਫਰਮਾਨ ਦੇ ਅਰਥ ਇਸੇ ਪੁਸਤਕ ਦੇ ਚੌਥੇ ਕਾਂਡ ਵਿੱਚ ਲਿਖੇ ਜਾ ਚੁੱਕੇ ਹਨ। ਗੁਰਮਤਿ ਤਾਲ ਤਲਾਬ ਸਰੋਵਰ। ਸ਼ਲੋਕ ਮਹੱਲਾ ਪਹਿਲਾ। ਨਾਨਕ ਇਹ ਤਨ ਜਾਲ, ਜਿਨ ਜਲਿਆ ਨਾਮ ਵਿਸਾਰਿਆ। ਪਾਉਂਦੀ ਜਾਏ ਪਰਾਲ, ਪਿੱਛੇ ਹੱਥ ਨ ਅੰਬੜੈ, ਤਿਤ ਨ ਵੰਦੈ ਤਾਲ। ਪੰਨਾ 799। ਅਰਥ, ਹੈ ਨਾਨਕ, ਤ੍ਰਿਸ਼ਨਾ ਅੱਗ ਵਿੱਚ ਸੜੇ ਹੋਏ ਇਸ ਸਰੀਰ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ। ਸੋ ਅਜਿਹੇ ਸਰੀਰ ਦੇ ਮੋਹ ਨੂੰ ਮੁਕਾ ਕੇ ਤ੍ਰਿਸ਼ਨਾ ਦੇ ਕਾਰਨ ਗਿਰਾਵਟ ਵਿੱਚ ਆਏ ਇਸ ਹਿਰਦੇ ਤਲਾਬ ਵਿੱਚ ਪਾਪਾਂ ਦੀ ਪਰਾਲੀ ਇਕੱਠੀ ਹੋ ਰਹੀ ਹੈ। ਇਸ ਨੂੰ ਕੱਢਣ ਲਈ ਫਿਰ ਪੇਸ਼ ਨਹੀਂ ਜਾਵੇਗੀ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਭਗਤ ਸੋਹਣ ਹਰ ਕੇ ਗੁਣ ਗਾਵੇਂ, ਸਦਾ ਕਰੇ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਆਨੰਦ ਉਪਜੇ, ਸਾਧ ਸੰਗਤ ਸੰਗ ਬਣੀ। ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਣੀ। 68 ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। ਪਤਤ ਪਾਵਨ ਬਿਰਦ ਸੁਆਮੀ, ਨਾਨਕ ਸ਼ਬਦ ਆਧਾਰਾ। ਪੰਨਾ 784। ਅਰਥ, ਸੰਤ ਜਨਾਂ ਨੂੰ ਆਪਣੇ ਚਰਨਾਂ ਨਾਲ ਜੋੜਨਾ ਇਹ ਕੰਮ ਪਰਮਾਤਮਾ ਦਾ ਆਪਣਾ ਹੈ। ਉਸ ਨੇ ਹੀ ਸਦਾ ਇਹ ਕੰਮ ਕੀਤਾ ਹੈ। ਇਹ ਕੰਮ ਕਰਨ ਲਈ ਮਨੁੱਖ ਦੀ ਕੋਈ ਸਮਰੱਥਾ ਨਹੀਂ। ਉਸ ਦੀ ਮਿਹਰ ਨਾਲ ਉਸ ਦੇ ਭਗਤ ਉਸ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ।
ਸਦਾ ਸਿਫਤ ਸਲਾਹ ਕਰਦੇ ਰਹਿੰਦੇ ਹਨ ਅਤੇ ਸੋਹਣੇ ਆਤਮਿਕ ਜੀਵਨ ਵਾਲੇ ਬਣਦੇ ਜਾਂਦੇ ਹਨ। ਪਰਮਾਤਮਾ ਦੇ ਗੁਣ ਗਾ ਗਾ ਕੇ ਉਹਨਾਂ ਦੇ ਅੰਦਰ ਆਤਮਿਕ ਆਨੰਦ ਦੇ ਹੁਲਾਰੇ ਪੈਦਾ ਹੁੰਦੇ ਰਹਿੰਦੇ ਹਨ। ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਨਾਲ ਉਹਨਾਂ ਦੀ ਪ੍ਰੀਤ ਬਣੀ ਰਹਿੰਦੀ ਹੈ। ਇਹ ਭਾਈ, ਜਿਸ ਪਰਮਾਤਮਾ ਨੇ ਸੰਤ ਜਨਾਂ ਦੇ ਹਿਰਦੇ ਤਾਲ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਭਰਨ ਦਾ ਉਦਮ ਕੀਤਾ ਹੈ, ਮੈਂ ਉਸ ਪ੍ਰਭੂ ਦੀ ਵਡਿਆਈ ਬਿਆਨ ਕਰਨ ਜੋਗਾ ਨਹੀਂ ਹਾਂ। ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਭਰਪੂਰ ਇਸ ਸੰਤ ਹਿਰਦੇ ਵਿੱਚ ਹੀ 68 ਤੀਰਥ ਆ ਜਾਂਦੇ ਹਨ। ਵੱਡੇ ਵੱਡੇ ਪਵਿੱਤਰ ਅਤੇ ਸੁੰਦਰ ਪੁੰਨ ਕਰਮ ਆ ਜਾਂਦੇ ਹਨ। हे ਨਾਨਕ, ਗੁਰੂ ਸ਼ਬਦ ਦਾ ਆਸਰਾ ਦੇ ਕੇ ਵੱਡੇ ਵੱਡੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਣਾ ਮਾਲਕ ਪ੍ਰਭੂ ਦਾ ਮੁੱਢ ਕਦੀਮਾਂ ਦਾ ਸੁਭਾਅ ਤੁਰਿਆ ਆ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦੀ ਮਹਿਮਾ ਕਰਦੇ ਹੋਏ ਕਈ ਉਪਦੇਸ਼ਕ ਪੰਚਮ ਪਾਤਸ਼ਾਹ ਜੀ ਦੇ ਇਸ ਪਾਵਨ ਸ਼ੰਤ ਵਿੱਚ ਆਏ ਤਾਲ ਸਰੋਵਰ ਦੇ ਅਰਥ ਦ੍ਰਿਸ਼ਟਮਾਨ ਜਲ ਸਰੋਵਰ ਨਾਲ ਜੋੜਦੇ ਹਨ। ਸਮਝਾਇਆ ਇਹ ਜਾਂਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਇਸ ਅੰਮ੍ਰਿਤ ਸਰੋਵਰ ਨੂੰ ਲਵਾਉਣ ਦਾ ਕੰਮ ਸਤਿਗੁਰਾਂ ਦਾ ਆਪਣਾ ਹੀ ਸੀ। ਮਨੁੱਖਾਂ ਵਿਚਾਰਿਆਂ ਨੇ ਏਡਾ ਵੱਡਾ ਕੰਮ ਕਿੱਥੋਂ ਕਰਨਾ ਸੀ। ਸਤਿਗੁਰਾਂ ਨੇ ਆਪ ਹੀ ਇਸ ਅਨੁਪਮ ਤਾਲ ਦੀ ਪਟਵਾਈ ਦਾ ਉਦਮ ਕੀਤਾ ਸੀ ਆਦਿ। ਸਤਿਗੁਰਾਂ ਦੇ ਅਸਲ ਭਾਵ ਨੂੰ ਵਿਗਾੜਨ ਵਾਲਾ ਅਜਿਹਾ ਘੋਰ ਭਾਵ ਗੁਰੂ ਦਰਬਾਰ ਦੀ ਸਟੇਜ ਤੋਂ ਜੇ ਤਾਂ ਭੋਲੇ ਭਾ ਨਰੋਲ ਅਗਿਆਨਤਾ ਦੇ ਕਾਰਨ ਕੀਤਾ ਜਾ ਰਿਹਾ ਹੁੰਦਾ ਹੈ, ਤਦ ਇਸ ਬੱਜਰ ਪਾਪ ਦੇ ਭਾਗੀ ਕੇਵਲ ਸਟੇਜ ਦੇ ਪ੍ਰਬੰਧਕ ਹਨ। ਪਰ ਜੇ ਉਪਦੇਸ਼ਕ ਸੱਜਣ ਸਰੋਵਰ ਦੀ ਉਪਮਾ ਵਧਾਉਣ ਲਈ ਜਾਣ ਬੁੱਝ ਕੇ ਸਤਿਗੁਰਾਂ ਦੀ ਅਜਿਹੀ ਨਿੰਦਿਆ ਗੁਰੂ ਦਰਬਾਰ ਵਿੱਚ ਕਰਦਾ ਹੈ, ਤਾਂ ਉਪਦੇਸ਼ਕ ਅਤੇ ਸਟੇਜ ਦੇ ਪ੍ਰਬੰਧਕ ਦੋਵੇਂ ਆਪ ਡੁੱਬੇ ਕੋਟੰਬ ਸਿਉ ਸਗਲੇ ਕੁਲ ਡੁੱਬਨ। ਪੰਨਾ 755। ਉਂਝ ਵੀ ਗੁਰੂ ਦਰਬਾਰ ਵਿੱਚ ਕਿਸੇ ਦ੍ਰਿਸ਼ਟਮਾਨ ਪਦਾਰਥ ਦੀ ਉਪਮਾ ਕਰਨੀ ਗੁਰਮਤਿ ਦੀ ਖੰਡਣਾ ਹੈ, ਪਰ ਗੁਰਬਾਣੀ ਦਾ ਅਰਥ ਭਾਵ ਵਿਗਾੜ ਕੇ ਸੰਗਤਾਂ ਨੂੰ ਭੁਲੇਖੇ ਵਿੱਚ ਪਾਉਣਾ ਕਦੇ ਵੀ ਨਾ ਬਖਸ਼ਿਆ ਜਾਣ ਵਾਲਾ ਬੱਜਰ ਅਪਰਾਧ ਹੈ। ਕਿ ਗੁਰੂ ਨਾਨਕ ਜੀ ਦੀ ਏਡੀ ਕਰੜੀ ਘਾਲਣਾ ਨਾਲ ਸਿਰਜੇ ਪੰਥ ਨੇ ਇਸ ਪ੍ਰਕਾਰ ਸਤਿਗੁਰਾਂ ਦੇ ਵਿਸ਼ਵਾਸ ਦਾ ਘਾਤ ਕਰਨਾ ਆਰੰਭ ਕਰ ਦੇਣਾ ਸੀ। ਸ਼ਾਇਦ ਸਾਡੀ ਕਿਸੇ ਖੁਨਾਮੀ ਦੀ ਸਜ਼ਾ ਮਿਲ ਰਹੀ ਹੈ। ਮਤ ਭੂਲੋ ਮਨੁੱਖ ਜਨ ਮਾਇਆ ਪਰਮਾਇਆ, ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ। ਪੰਨਾ 812। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 12ਵੇਂ ਤੋਂ 19ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।